ਮੇਰਾ ਨਾਮ ਮੀਨਾ ਹੈ। ਮੈਂ ਆਪਣੇ 2 ਬੇਟਿਆਂ ਨਾਲ ਰਹਿੰਦੀ ਹਾਂ। ਮੇਰੇ ਪਤੀ 3 ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਅੱਜ ਮੇਰੇ ਵੱਡੇ ਬੇਟੇ ਦਾ ਵਿਆਹ ਹੈ। ਉਸ ਦਾ ਵਿਆਹ ਇੱਕ ਚੰਗੇ ਘਰ ਦੀ ਕੁੜੀ ਨਾਲ ਹੋਇਆ ਸੀ ਤੇ ਮੇਰੀ ਨੂੰਹ ਦਾਜ ਵਿੱਚ ਇੱਕ ਨੌਕਰਾਣੀ ਲੈ ਕੇ ਆਈ ਸੀ। ਮੈਨੂੰ ਕਹਿਣ ਲੱਗੀ ਕਿ ਇਹ ਹਰ ਸਮੇਂ ਤੁਹਾਡੀ ਸੇਵਾ ਕਰੇਗੀ, ਪਰ ਉਹ ਗੂੰਗੀ ਸੀ ਤੇ ਹਮੇਸ਼ਾ ਘੁੰਡ ਵਿੱਚ ਰਹਿੰਦੀ ਸੀ। ਪਰ ਇੱਕ ਦਿਨ ਮੇਰੇ ਛੋਟੇ ਬੇਟੇ ਨੇ ਉਸ ਦਾ ਚਿਹਰਾ ਦੇਖ ਲਿਆ ਤਾਂ ਉਸ ਦਾ ਚਿਹਰਾ ਦੇਖ ਕੇ ਮੇਰੇ ਬੇਟੇ ਦੇ ਹੋਸ਼ ਉੱਡ ਗਏ, ਕਿਉਂਕਿ ਉਹ ਨੌਕਰਾਣੀ ਤਾਂ ਉਹੀ ਕੁੜੀ ਸੀ ਜਿਸ ਨੇ 6 ਮਾਸੂਮ ਕੁੜੀਆਂ ਨੂੰ। ਅੱਜ ਮੇਰੇ ਵੱਡੇ ਬੇਟੇ ਨੇ ਫਿਰ ਆਪਣੇ ਵਿਆਹ ਦੀ ਗੱਲ ਛੇੜ ਲਈ। ਇਹ ਉਹ ਮੁੱਦਾ ਸੀ ਜਿਸ ਤੋਂ ਮੈਂ ਹਮੇਸ਼ਾ ਜਾਨ ਚੁਰਾਉਂਦੀ ਸੀ। ਅਜਿਹਾ ਨਹੀਂ ਸੀ ਕਿ ਮੈਨੂੰ ਆਪਣੇ ਬੇਟੇ ਦੇ ਵਿਆਹ ਦਾ ਸ਼ੌਂਕ ਨਹੀਂ ਸੀ। ਮੇਰੇ ਦਿਲ ਵਿੱਚ ਵੀ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਸਨ। ਮੈਂ ਉਸ ਦਾ ਵਿਆਹ ਧੂਮ-ਧਾਮ ਨਾਲ ਕਰਨਾ ਚਾਹੁੰਦੀ ਸੀ। ਪਰ ਮੇਰੀ ਪਰੇਸ਼ਾਨੀ ਇਹ ਸੀ ਕਿ ਮੇਰਾ ਬੇਟਾ ਵੀਰ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਜਦੋਂ ਕਿ ਮੈਂ ਚਾਹੁੰਦੀ ਸੀ ਕਿ ਉਸ ਦਾ ਵਿਆਹ ਮੇਰੀ ਪਸੰਦ ਦੀ ਕੁੜੀ ਨਾਲ ਹੋਵੇ। ਉਹ ਅੱਜ ਵੀ ਜ਼ਿੱਦ ਕਰਨ ਲੱਗਾ ਕਿ ਉਹ ਵਿਆਹ ਕਰੇਗਾ ਤਾਂ ਉਸੇ ਕੁੜੀ ਨਾਲ ਕਰੇਗਾ, ਨਹੀਂ ਤਾਂ ਜ਼ਹਿਰ ਖਾ ਕੇ ਆਪਣੀ ਜਾਨ ਦੇ ਦੇਵੇਗਾ। ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਹ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਮੈਨੂੰ ਉਸ ਦੀ ਜ਼ਿੱਦ ਅੱਗੇ ਹਾਰਨਾ ਪਿਆ। ਕੀ ਕਰਦੀ ਮਾਂ ਸੀ, ਆਪਣਾ ਬੇਟਾ ਖੋਹਣ ਦੇ ਡਰੋਂ ਉਸ ਦੀ ਗੱਲ ਮੰਨ ਲਈ। ਮੈਂ ਉਸ ਕੁੜੀ ਨੂੰ ਦੇਖਣ ਲਈ ਤਾਂ ਕੁੜੀ ਮੈਨੂੰ ਵੀ ਬਹੁਤ ਪਸੰਦ ਆ ਗਈ। ਉਹ ਚੰਗੀ ਤੇ ਸਿੱਧੀ ਸਾਦੀ ਕੁੜੀ ਸੀ। ਪਰਿਵਾਰ ਵੀ ਅਮੀਰ ਸੀ, ਘਰ ਵਿੱਚ ਨੌਕਰ ਵੀ ਰੱਖੇ ਹੋਏ ਸਨ। ਮੈਂ ਖੁਸ਼ ਸੀ ਕਿ ਮੇਰੇ ਬੇਟੇ ਨੇ ਇੱਕ ਵਧੀਆ ਕੁੜੀ ਪਸੰਦ ਕੀਤੀ ਸੀ। ਮੇਰੇ ਬੇਟੇ ਦਾ ਵਿਆਹ ਬਹੁਤ ਤਰੀਕੇ ਨਾਲ ਨਿਪਟ ਗਿਆ ਤੇ ਮੇਰੀ ਨੂੰਹ ਨੇਹਾ ਵਿਆਹ ਕਰਕੇ ਸਾਡੇ ਘਰ ਆ ਗਈ। ਪਰ ਉਸਨੂੰ ਹਜੇ ਆਏ ਘੰਟਾ ਕੀ ਹੋਇਆ ਸੀ ਕਿ ਸਾਡੇ ਘਰ ਘੁੰਡ ਕੱਢੇ ਇੱਕ ਕੁੜੀ ਆ ਗਈ। ਅਸੀਂ ਉਸਨੂੰ ਉਸ ਬਾਰੇ ਪੁੱਛ ਹੀ ਰਹੇ ਸੀ ਕਿ ਮੇਰੀ ਨੂੰਹ ਕਹਿਣ ਲੱਗੀ ਕਿ ਉਹ ਕੁਝ ਨਹੀਂ ਬੋਲੇਗੀ ਕਿਉਂਕਿ ਉਹ ਗੂੰਗੀ ਹੈ। ਮੈਂ ਨੇਹਾ ਨੂੰ ਪੁੱਛਿਆ ਕਿ ਤੂੰ ਉਸਨੂੰ ਜਾਣਦੀ ਹੈ, ਤਾਂ ਉਹ ਕਹਿਣ ਲੱਗੀ ਕਿ ਇਹ ਮੇਰੇ ਘਰ ਦੀ ਨੌਕਰਾਣੀ ਹੈ, ਹੁਣ ਇਹ ਇੱਥੇ ਹੀ ਰਹੇਗੀ। ਇਹ ਗੱਲ ਮੈਨੂੰ ਅਜੀਬ ਲੱਗੀ ਕਿ ਮੇਰੀ ਨੂੰਹ ਦਾਜ ਵਿੱਚ ਇੱਕ ਨੌਕਰਾਣੀ ਲੈ ਕੇ ਆਈ ਸੀ, ਪਰ ਮੈਂ ਆਪਣੇ ਬੇਟੇ ਦੀ ਵਜ੍ਹਾ ਕਰਕੇ ਕੁਝ ਬੋਲ ਨਹੀਂ ਸਕਦੀ ਸੀ। ਮੇਰੀ ਨੂੰਹ ਕਹਿਣ ਲੱਗੀ ਕਿ ਮੰਮੀ, ਮੈਂ ਇਹ ਨੌਕਰਾਣੀ ਤੁਹਾਡੇ ਲਈ ਲੈ ਕੇ ਆਈ ਹਾਂ, ਤੁਸੀਂ ਜਿੰਨਾ ਚਾਹੇ ਇਸ ਤੋਂ ਕੰਮ ਕਰਵਾ ਲੈਣਾ, ਇਹ ਤੁਹਾਡੀ ਪੂਰੀ ਸੇਵਾ ਕਰੇਗੀ। ਮੈਂ ਆਪਣੀ ਨੂੰਹ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਕਿ ਇਹ ਵਿਚਾਰੀ ਤਾਂ ਕਿੰਨੀ ਚੰਗੀ ਹੈ। ਮੈਂ ਐਵੇਂ ਹੀ ਇਸ ਬਾਰੇ ਗਲਤ ਸੋਚ ਰਹੀ ਹਾਂ। ਮੈਂ ਉਸਨੂੰ ਕਿਹਾ ਕਿ ਬਾਕੀ ਸਭ ਤਾਂ ਠੀਕ ਹੈ, ਪਰ ਇਸਨੇ ਘੁੰਡ ਕਿਉਂ ਕੱਢਿਆ ਹੋਇਆ ਹੈ? ਤਾਂ ਉਹ ਕਹਿਣ ਲੱਗੀ ਕਿ ਇਸ ਦੇ ਘਰ ਦੀਆਂ ਔਰਤਾਂ ਦੂਜਿਆਂ ਦੇ ਘਰਾਂ ਵਿੱਚ ਘੁੰਡ ਕੱਢ ਕੇ ਹੀ ਕੰਮ ਕਰਦੀਆਂ ਹਨ। ਕਹਿਣ ਲੱਗੀ ਕਿ ਤੁਸੀਂ ਵੀ ਕਦੇ ਇਸ ਨੂੰ ਘੁੰਡ ਚੁੱਕਣ ਲਈ ਨਾ ਕਹਿਣਾ। ਦਿਨ ਲੰਘਦੇ ਗਏ। ਉਸ ਨੌਕਰਾਣੀ ਨੇ ਬਹੁਤ ਮਨ ਲਾ ਕੇ ਮੇਰੀ ਸੇਵਾ ਕਰਦੀ। ਮੈਨੂੰ ਉਸਦੇ ਘੁੰਡ ਤੋਂ ਹਮੇਸ਼ਾ ਚਿੜ ਹੁੰਦੀ। ਉਹ ਹਮੇਸ਼ਾ ਇਸ਼ਾਰਿਆਂ ਵਿੱਚ ਹੀ ਗੱਲ ਕਰਦੀ। ਮੈਂ ਉਸਦੇ ਕੰਮ ਤੋਂ ਬਹੁਤ ਖੁਸ਼ ਸੀ। ਮੇਰੇ ਸਾਰੇ ਕੰਮ ਵੀ ਕਰਦੀ ਤੇ ਮੇਰੇ ਪੈਰ ਵੀ ਦਬਾ ਦਿੰਦੀ। ਉਹ ਬਹੁਤ ਸਧਾਰਨ ਕੁੜੀ ਲੱਗਦੀ ਸੀ, ਬਸ ਆਪਣੇ ਕੰਮ ਨਾਲ ਕੰਮ ਰੱਖਦੀ ਸੀ। ਇੱਕ ਦਿਨ ਮੇਰੀ ਇੱਕ ਦੋਸਤ ਮੇਰੇ ਘਰ ਆਈ। ਉਸਨੇ ਮੇਰੀ ਨੌਕਰਾਣੀ ਨੂੰ ਦੇਖਿਆ ਤੇ ਕਹਿਣ ਲੱਗੀ, ਇਹ ਘੁੰਡ ਵਿੱਚ ਕਿਉਂ ਹੈ? ਮੈਂ ਇਸ ਦੀ ਵਜ੍ਹਾ ਦੱਸੀ ਤਾਂ ਉਹ ਕਹਿਣ ਲੱਗੀ ਕਿ ਔਰਤਾਂ ਤਾਂ ਕਦੇ ਇੱਕ ਦੂਜੇ ਤੋਂ ਪਰਦਾ ਨਹੀਂ ਕਰਦੀਆਂ। ਅੱਜ ਦੇ ਜ਼ਮਾਨੇ ਵਿੱਚ ਕੋਈ ਵੀ ਕੁੜੀ ਇਸ ਤਰ੍ਹਾਂ ਨਹੀਂ ਰਹਿੰਦੀ। ਤੂੰ ਇਸ 'ਤੇ ਨਜ਼ਰ ਰੱਖਿਆ ਕਰ। ਜ਼ਿਆਦਾ ਨੇਕ ਬਣਨ ਵਾਲੇ ਇਨਸਾਨ ਕਈ ਵਾਰ ਧੋਖਾ ਦੇ ਜਾਂਦੇ ਹਨ। ਮੇਰੀ ਸਹੇਲੀ ਦੀਆਂ ਗੱਲਾਂ ਨੇ ਮੇਰੇ ਦਿਲ ਵਿੱਚ ਸ਼ੱਕ ਦਾ ਬੀਜ ਬੀਜ ਦਿੱਤਾ। ਹੁਣ ਮੈਂ ਉਸ ਸਿੱਧੀ ਸਾਦੀ ਦਿਸਣ ਵਾਲੀ ਨੌਕਰਾਣੀ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੀ, ਉਸਦੇ ਹਰ ਕੰਮ 'ਤੇ ਨਜ਼ਰ ਰੱਖਦੀ। ਇੱਕ ਦਿਨ ਮੈਂ ਆਪਣੀ ਨੂੰਹ ਦੇ ਕਮਰੇ ਵੱਲ ਗਈ ਤਾਂ ਮੈਨੂੰ ਉਸਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਉਸਦੇ ਕਮਰੇ ਵਿੱਚ ਜਾਂਦੀ, ਉਹ ਪਹਿਲਾਂ ਹੀ ਬਾਹਰ ਆ ਗਈ। ਮੈਂ ਜਦੋਂ ਆਵਾਜ਼ਾਂ ਬਾਰੇ ਪੁੱਛਿਆ ਤਾਂ ਕਹਿਣ ਲੱਗੀ ਕਿ ਮੈਂ ਟੀਵੀ ਦੇਖ ਰਹੀ ਸੀ। ਮੈਂ ਹੈਰਾਨ ਪਰੇਸ਼ਾਨ ਤਾਂ ਉਦੋਂ ਹੋ ਗਈ ਜਦੋਂ ਥੋੜ੍ਹੀ ਦੇਰ ਬਾਅਦ ਉਹ ਨੌਕਰਾਣੀ ਮੇਰੀ ਨੂੰਹ ਦੇ ਕਮਰੇ ਵਿੱਚੋਂ ਬਾਹਰ ਆ ਰਹੀ ਸੀ। ਫਿਰ ਇੱਕ ਦਿਨ ਨੂੰ ਨੌਕਰਾਣੀ ਘਰੋਂ ਬਾਹਰ ਜਾ ਰਹੀ ਸੀ। ਮੇਰੇ ਪੁੱਛਣ 'ਤੇ ਉਹ ਇਸ਼ਾਰਿਆਂ ਵਿੱਚ ਦੱਸਣ ਲੱਗੀ ਕਿ ਉਹ ਮੇਰੀ ਨੂੰਹ ਦੇ ਪੇਕੇ ਜਾ ਰਹੀ ਹੈ। ਪਰ ਥੋੜ੍ਹਾ ਸਮਾਂ ਪਹਿਲਾਂ ਤਾਂ ਮੇਰੀ ਨੇਹਾ ਦੀ ਮਾਂ ਨਾਲ ਗੱਲ ਹੋਈ ਸੀ, ਉਸਨੇ ਤਾਂ ਅਜਿਹਾ ਕੁਝ ਨਹੀਂ ਕਿਹਾ ਸੀ। ਇਸ ਗੱਲ ਨੇ ਮੇਰੇ ਦਿਲ ਵਿੱਚ ਹੋਰ ਸ਼ੱਕ ਪੈਦਾ ਕਰ ਦਿੱਤਾ। ਮੈਂ ਸ਼ਾਮ ਨੂੰ ਉਸ ਨੌਕਰਾਣੀ ਨੂੰ ਕਿਹਾ ਕਿ ਤੂੰ ਮੇਰੇ ਬੇਟਿਆਂ ਤੋਂ ਘੁੰਡ ਕੱਢਦੀ ਹੈ। ਇਹ ਤਾਂ ਸਮਝ ਵਿੱਚ ਆਉਂਦਾ ਹੈ ਕਿਉਂਕਿ ਉਹ ਤੇਰੇ ਲਈ ਗੈਰ ਮਰਦ ਹਨ, ਪਰ ਔਰਤਾਂ ਤੋਂ ਤੇਰਾ ਪਰਦਾ ਕਰਨਾ ਸਮਝ ਨਹੀਂ ਆਉਂਦਾ। ਮੈਨੂੰ ਤਾਂ ਆਪਣਾ ਚਿਹਰਾ ਦਿਖਾ ਸਕਦੀ ਹੈ। ਮੇਰੀ ਗੱਲ ਸੁਣ ਕੇ ਉਹ ਘਬਰਾ ਗਈ ਤੇ ਨਾਂਹ ਵਿੱਚ ਸਿਰ ਹਿਲਾਉਣ ਲੱਗੀ, ਪਰ ਮੈਂ ਸੋਚ ਲਿਆ ਸੀ ਕਿ ਅੱਜ ਉਸ ਦਾ ਚਿਹਰਾ ਦੇਖ ਕੇ ਰਹਾਂਗੀ। ਮੈਂ ਉਸ ਦਾ ਘੁੰਡ ਉਠਾਉਣ ਲਈ ਅੱਗੇ ਵਧੀ ਹੀ ਸੀ ਕਿ ਉਹ ਤੇਜ਼ ਕਦਮਾਂ ਨਾਲ ਪਿੱਛੇ ਹੋ ਗਈ। ਉਦੋਂ ਤੱਕ ਮੇਰਾ ਵੱਡਾ ਬੇਟਾ ਤੇ ਨੂੰਹ ਵੀ ਆ ਗਏ। ਪੁੱਛਣ ਲੱਗੇ ਕਿ ਇਹ ਸਭ ਕੀ ਹੋ ਰਿਹਾ ਹੈ। ਮੈਂ ਕਿਹਾ, ਇਸ ਨੌਕਰਾਣੀ ਦਾ ਬਸ ਚਿਹਰਾ ਦੇਖਣਾ ਚਾਹੁੰਦੀ ਹਾਂ। ਤਾਂ ਮੇਰੀ ਨੂੰਹ ਕਹਿਣ ਲੱਗੀ, ਮੰਮੀ, ਮੈਂ ਪਹਿਲਾਂ ਹੀ ਕਿਹਾ ਸੀ ਇਸਨੇ ਆਪਣਾ ਚਿਹਰਾ ਨਹੀਂ ਦਿਖਾਉਣਾ। ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਮੇਰੇ ਦੋਨੋਂ ਬੇਟੇ ਵੀ ਮੇਰੀ ਨੂੰਹ ਦਾ ਪੱਖ ਲੈਣ ਲੱਗੇ। ਮੈਂ ਕਿਹਾ ਕਿ ਜੇ ਇਸਨੇ ਮੈਨੂੰ ਆਪਣਾ ਚਿਹਰਾ ਨਹੀਂ ਦਿਖਾਉਣਾ ਤਾਂ ਮੇਰੇ ਘਰੋਂ ਬਾਹਰ ਨਿਕਲ ਜਾਵੇ। ਪਰ ਮੇਰੀ ਨੂੰਹ ਕਹਿਣ ਲੱਗੀ
कि मैं उसनूं लैके आई हाँ तो इत्थे ही रहेगी। अपनी नूंह दी गल सुन के मैं हैरान रह गई। मेरे बेटे भी चुप खड़े सन। नेहा उस नौकरानी नूं लैके अपने कमरे विच चली गई तो मेरे बेटे कहन लगे कि तुहानूं उस नौकरानी नाल अजिहा व्यवहार नहीं करना चाहिदा सी। मैं सोचिया कि चलो एक बार उस नाल गल कर आउंदी हाँ। मैं नूंह दे कमरे विच गई तो थोड़ा दरवाज़ा खुलिया होया सी। जो मैं देखा तो देख के हैरान रह गई। नेहा उस नौकरानी नूं गले लगा के तसल्ली दे रही सी कि तू परेशान ना हो, बस कुछ दिनों की गल है, सब ठीक हो जाएगा। उस नौकरानी ने नेहा दे सामने तो अपना घुंड उपर चुक्या होया सी। मैं वापस अपने कमरे में आ गई तो सोचन लगी कि कोई अपनी नौकरानी नूं इस तरह गले किवें लगा सकता है। मैनूं कुछ भी समझ नहीं आ रहा सी। उस दिन तो बाद मेरी नूंह ने उस नौकरानी नूं मेरे काम करन तो मना कर दिता। वो हुण ज़्यादातर नेहा नाल ही रहिंदी। मैं ये सब सोच के चुप सी कि किते मेरे घर का माहौल ना खराब हो जाए, कोई लड़ाई झगड़ा ना हो जिस कारण मेरा बेटा साडे तो अलग होने की गल ना कर दे। मेरी नूंह हुण उस नौकरानी नूं लैके रोज़ घरों बाहर जांदी। मैनूं बहुत अजीब लगदा पर मैं की करदी, मेरी गल कोई सुनन नूं तैयार नहीं सी। एक दिन मेरी तबीयत थोड़ी खराब सी तो मैं अपने छोटे बेटे नूं कहा कि नौकरानी रसोई विच है। उसने जाके कहा कि मेरे लिए चाह बना देवे। मेरी गल सुन के वो रसोई विच गया। उत्थे जाके वो चिल्लाया। उसकी आवाज़ सुन के मैं घबरा गई तो तेज़ी नाल रसोई वाल गई तो मैं देखा कि मेरे छोटे बेटे ने उस नौकरानी की बाँह फड़ी हुई सी। वो दूजे हत्थ नाल अपना चेहरा छुपाउण की कोशिश कर रही सी। मैं अपने बेटे नूं कहा कि तू इसकी बाँह क्यों फड़ी है तो वो कहन लग्या ताकि ये भज ना जाए। जदों मैं रसोई विच आया तो इसने अपना घुंड चुक्या होया सी, इसलिए मैं इसका चेहरा देख लिया तो मैं कहा इस विच किहड़ी वड्डी गल है। फिर वो उत्थे वड्डा बेटा ते नूंह भी आ गए। मेरी नूंह कहन लगी कि ये सब की हो रहा है, तुसी मेरी नौकरानी नाल किवें सलूक कर रहे हो। मेरा बेटा कहन लग्या मैं तुहाडी नौकरानी की शक्ल देख ली है। ये कह के उसने जबरदस्ती नौकरानी का घुंड चुक दिता। जदों मैं उसका चेहरा देखा तो मैनूं लग्या कि मैं पहलां भी इस कुड़ी नूं किते देखा है। फिर याद आया तो दिमाग सुन्न हो गया, क्योंकि ये तो उही कुड़ी सी जिसकी खबर अजकल हर न्यूज़ चैनल ते चल रही सी, क्योंकि उसने मासूम कुड़ियां का कतल किया सी ते पुलिस उसनूं लभ रही सी। मेरे दिमाग में उस बारे टीवी ते आउण वालियां खबरां घुम्मण लगियां। उसका चेहरा हर न्यूज़ चैनल ते दिखाया जा रहा सी। उसनूं तां कोई भी पहचान सकदा सी। मेरे छोटे बेटे ने भी उसनूं पहचान लिया सी। मैं अपने वड्डे बेटे नूं कहा कि जल्दी नाल पुलिस नूं फोन कर तो मेरी नूंह दे चेहरे का रंग उड़ गया। वो मेरे पैरों में डिग पई तो कहन लगी कि मम्मी पुलिस नूं ना सद्दो, ये कुड़ी मेरी स्कूल वाली सहेली है। मेरा वड्डा बेटा कहन लग्या कि मैनूं भी इस बारे पहला ही पता सी। पुलिस नूं बुलाउण तो पहलां साडी एक बार पूरी गल सुन लवो, फिर जो ठीक लगे वो करना। मेरी नूंह कहन लगी कि ये कुड़ी पहलां स्कूल विच मेरे नाल पढ़दी सी, मेरी चंगी दोस्त है। स्कूल तो बाद ही होस्टल विच रहन लगी। उत्थे 6 कुड़ियां दा ग्रुप सी। इन्हां दी एक सहेली नूं एक मुंडा बहुत पसंद करन लग्या सी। वो उसदे पिछे हत्थ धो के पै गया, पर उस कुड़ी नूं मुंडा बिल्कुल पसंद नहीं सी। एक दिन मुंडा सब दे सामने उस कुड़ी नूं परेशान करन लग्या तो उस कुड़ी ने उसके मूँह ते थप्पड़ मार दिता। इन्हां सारियां सहेलियां ने मिल के उसनूं बहुत कुछ सुनाया। उस मुंडे तो अपनी बेइज्जती बर्दाश्त नहीं हुई। कुछ दिन बाद वो होस्टल पहुँच गया। वो मुंडा चोरी उस कुड़ी दे कमरे विच पहुँच गया। उस समय वो कुड़ी कमरे विच इकल्ली सी। जदों उसके चीकण की आवाज़ आई तो दूजी कुड़ी कमरे विच आई तो उस मुंडे ने उस कुड़ी नूं चाकू नाल मार दिता सी। जदों दूजी कुड़ी उत्थे आई तो उसने उसनूं भी मार दिता। इस तरह उस मुंडे ने सारियां सहेलियां नूं खत्म कर दिता। ये किसी तरह जान बचा के उत्थों भज आई। ये बहुत डर गई सी, क्योंकि वो मुंडा इसनूं भी मारना चाहुंदा है तो पुलिस नूं ये लगदा है कि ये कतल इसने कीते हन, इसलिए मैं इसकी मदद कर रही हाँ। ये बेकसूर है। असीं इन्ने दिनों तो इसकी बेगुनाही के सबूत इकट्ठे कर रहे सी, उस मुंडे ते भी नज़र रख रहे सी। बस 1-2 दिन तक सारे सबूत पुलिस नूं पेश कर देवांगे ते बेकसूर साबित हो जाएगी। मैं तो सच सुन के दंग रह गई। विचारी बेकसूर किस्मत की मारी नौकरानी बन के रह रही सी। कुछ दिनों बाद वो बेकसूर साबित हो गई। पुलिस ने उस मुंडे नूं फड़ लिया। हुण वो अपने घर वापस चली गई। मैनूं खुशी सी कि मेरे बेटे ते नूंह ने किसी बेकसूर की मदद करके उसनूं सज़ा होण तो बचाया सी। तो दोस्तों ये सी अज की कहानी। उम्मीद करते हैं तुहानूं वधिया लगी होवेगी। तो वीडियो नूं लाइक ते शेयर जरूर कर दिओ ते चैनल नूं भी जरूर सबसक्राइब करिओ।